ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਮੇਰੇ ਭੈਣੋ ਤੇ ਭਰਾਓ, ਬਜ਼ੁਰਗੋ ਤੇ ਜਵਾਨੋ, ਸਾਰਿਆਂ ਨੂੰ ਮੇਰੇ ਵੱਲੋਂ ਜੀ ਆਇਆਂ ਨੂੰ ਤੇ ਅਸਲਾਮੁ ਅਲੈਕੁਮ ਵਰਹਿਮਤੁਲਾਹਿ ਵਬਰਕਾਤੁਹੂ। ਅੱਜ ਕੱਲ੍ਹ ਜਿਹੜੇ ਗੈਰ ਅਹਿਮਦੀ ਮੁਸਲਮਾਨ ਨੇ, ਉਹਨਾਂ ਦੇ ਭਾਵੇਂ ਆਲਮ ਹੋਣ, ਭਾਵੇਂ ਉਹਨਾਂ ਦੇ ਜਿਹੜੇ ਨੇ ਮੌਲਵੀ ਹੋਣ ਜਾਂ ਆਮ ਆਦਮੀ ਹੋਣ, ਜਿਹੜੇ ਜਮਾਤ ਅਹਿਮਦੀਆ ਦੇ ਖਿਲਾਫ ਜਿਹੜਾ ਨਾ ਜ਼ਿਕਰ ਕਰਦੇ ਨੇ ਔਰ ਜਮਾਤ ਅਹਿਮਦੀਆ ਦੇ ਖਿਲਾਫ ਇੰਨਾ ਜ਼ਹਿਰ ਉਗਲਦੇ ਨੇ, ਉਹ ਜਿੰਨੇ ਵੀ ਨੇ ਉਹ ਸਾਡੀ ਜਮਾਤ ਦੇ ਲਿਟਰੇਚਰ ਤੋਂ ਹੀ ਲੈ ਕੇ ਲੈਂਦੇ ਨੇ। ਉਹਨਾਂ ਕੋਲ ਓਰੀਜਨਲ ਆਪਣਾ ਕੋਈ ਵੀ ਨਹੀਂ। ਯਾਨੀ ਇਹਦਾ ਮਤਲਬ ਹੈ ਓਰੀਜਨਲ ਦਾ ਕਿ ਮਸੀਹ ਮਊਦ ਅਲੈਹਿਸਸਲਾਤੁ ਵਸਸਲਾਮ ਨੇ 1899 ਵਿੱਚ ਜਿਹੜਾ ਨਾ ਦਾਅਵਾ ਕੀਤਾ ਸੀ ਮਹਿਦੀ ਹੋਣ ਦਾ, ਅਤੇ ਉਸ ਤੋਂ ਪਹਿਲੇ ਕੋਈ ਇੱਕ ਆਦਮੀ ਵੀ ਐਸਾ ਨਹੀਂ ਜਿਹਨੇ ਮਸੀਹ ਮਊਦ ਅਲੈਹਿਸਸਲਾਤੁ ਵਸਸਲਾਮ ਦੀ ਕਰੈਕਟਰ ਅਸੈਸੀਨੇਸ਼ਨ ਕੀਤੀ ਹੈ। ਔਰ ਜਿਹੜਾ ਮੌਲਵੀ ਮੁਹੰਮਦ ਹੁਸੈਨ ਬਟਾਲਵੀ ਸੀ, ਉਹ ਤਾਂ ਕਹਿੰਦਾ ਸੀ ਕਿ ਇਸ ਤੋਂ ਵੱਡਾ ਭਲਵਾਨ ਕੋਈ 1400 ਸਾਲ ਪਹਿਲੇ ਜੰਮਿਆ ਹੀ ਨਹੀਂ ਸੀ। ਅਤੇ ਸਨਾਉੱਲਾ ਅੰਮ੍ਰਿਤਸਰੀ ਕਹਿੰਦਾ ਸੀ ਕਿ ਮੈਂ ਉਹਦਾ ਵਜ਼ੂ ਕਰਾਉਣਾ ਜਿਹੜਾ ਆਪਣੇ ਵਾਸਤੇ ਬਾਇਸ ਇੱਜ਼ਤ ਸਮਝਦਾ ਸਾਂ। ਕੋਈ ਵੀ ਐਸਾ ਮੁਸਲਮਾਨ ਨਹੀਂ ਜਿਹਨੇ 1899 ਤੋਂ ਪਹਿਲੇ ਜਿਹੜਾ ਮਸੀਹ ਮਊਦ ਸਲਾਮ ਦੇ ਕਰੈਕਟਰ ਉੱਤੇ ਕੋਈ ਜ਼ਰਾ ਸਾਰਾ ਵੀ ਹਰਫ ਉੱਠ ਚੁੱਕਿਆ ਹੋਵੇ। ਔਰ ਜਿਹੜਾ ਵੀ ਉਹ ਹੁਣ ਜਿਹੜੇ ਇਤਰਾਜ਼ਾਤ ਕਰਦੇ ਨੇ, ਉਹ ਤਾਂ ਸਾਰੇ ਜਮਾਤ ਦੇ ਲਿਟਰੇਚਰ ਤੋਂ ਲੈ ਕੇ ਕਰਦੇ ਨੇ। ਉਹਨਾਂ ਕੋਲ ਓਰੀਜਨਲੀ ਤਾਂ ਇੱਕ ਵੀ ਨਹੀਂ। ਓਰੀਜਨਲ ਤੋਂ ਮੁਰਾਦ ਮੇਰਾ ਇਹ ਵੇ ਕਿ 1899 ਤੋਂ ਪਹਿਲੇ ਕਿਸੇ ਮੁਸਲਮਾਨ ਨੇ ਵੀ ਮਸੀਹ ਮਊਦ ਅਲੈਹਿਸਸਲਾਤੁ ਵਸਸਲਾਮ ਦੇ ਕਰੈਕਟਰ ਉੱਤੇ ਜ਼ਰਾ ਸਾਰੀ ਵੀ ਗੱਲ ਨਹੀਂ ਕਹੀ। ਕਿਸੇ ਨੇ ਜ਼ਰਾ ਸਾਰਾ ਵੀ ਓਬਜੈਕਸ਼ਨ ਨਹੀਂ ਕੀਤਾ, ਬਲਕਿ ਉਹ ਤਾਂ ਸਾਰੇ ਕਹਿੰਦੇ ਸਨ ਕਿ ਇਹ ਤਾਂ ਮੁਸਲਮਾਨਾਂ ਦਾ ਪਹਿਲਵਾਨ ਹੈ, ਇਸ ਤੋਂ ਵੱਡਾ ਤਾਂ ਪਹਿਲਵਾਨ ਕੋਈ ਪੈਦਾ ਹੀ ਨਹੀਂ ਹੋਇਆ। ਜਿਹੜਾ ਸਭ ਤੋਂ ਵੱਡਾ ਮੁਖਾਲਫ ਸੀ ਮੁਹੰਮਦ ਹੁਸੈਨ ਬਟਾਲਵੀ, ਉਹ ਤਾਂ ਕਹਿੰਦਾ ਸੀ ਕਿ ਐਡਾ ਵੱਡਾ ਪਹਿਲਵਾਨ ਜਿਹੜਾ ਮੁਸਲਮਾਨਾਂ ਦਾ ਜਿਹੜਾ ਦਿਫਾ ਕਰਨ ਵਾਲਾ ਹੈ, ਉਹ ਤਾਂ 1400 ਸਾਲ ਪਹਿਲੇ ਤੱਕ ਇਸ ਇਲਾਕੇ ਵਿੱਚ ਕੋਈ ਵੀ ਪੈਦਾ ਨਹੀਂ ਹੋਇਆ। ਔਰ ਮੌਲਵੀ ਜਿਹੜਾ ਸਨਾਉੱਲਾ ਅੰਮ੍ਰਿਤਸਰੀ ਸੀ, ਉਹ ਕਹਿੰਦਾ ਸੀ ਕਿ ਮੈਂ ਤਾਂ ਜਿਹੜਾ ਨਾ ਦਾਅਵੇ ਤੋਂ ਪਹਿਲੇ ਉਹਦਾ ਵਜ਼ੂ ਕਰਾਉਣਾ ਜਿਹੜਾ ਆਪਣੇ ਵਾਸਤੇ ਬਾਇਸ ਇੱਜ਼ਤ ਸਮਝਦਾ ਸਾਂ। ਕੋਈ ਇੱਕ ਐਸਾ ਆਦਮੀ ਵੀ ਨਹੀਂ ਜਿਹੜੇ ਖੁਦ ਓਰੀਜਨਲੀ ਦੱਸਿਆ ਹੋਵੇ ਕਿ 1899 ਤੋਂ ਪਹਿਲੇ ਉਹ ਕਹੇ ਕਿ ਮੈਂ ਜਿਹੜਾ ਨਾ ਮੇਰੇ ਸਾਹਮਣੇ ਆਇਆ ਹੋਇਆ ਸੀ। ਇੱਕ ਵੀ ਨਹੀਂ। ਇਹ ਸਾਰੇ ਜਮਾਤ ਦੇ ਲਿਟਰੇਚਰ ਤੋਂ ਲੈ ਕੇ ਦਿੰਦੇ ਨੇ ਔਰ ਆਪਣੀ ਮਰਜ਼ੀ ਦਾ ਮਤਲਬ ਕੱਢਦੇ ਨੇ। ਔਰ ਜਿਨ੍ਹਾਂ ਨੇ ਜਿਹੜਾ ਨਾ ਮਸੀਹ ਮਊਦ ਸਲਾਮ ਦੀ ਕਿਤਾਬਾਂ ਔਰ ਜਿਹੜੇ ਦੂਸਰੇ ਅਹਿਮਦੀਆਂ ਨੇ ਜਿਹੜੇ ਉਹਨਾਂ ਦੀ ਸੀਰਤ ਲਿਖੀ ਹੈ, ਉਹਦੇ ਵਿੱਚੋਂ ਕੱਢਦੇ ਨੇ ਚੀਜ਼ਾਂ। ਹਾਲਾਂਕਿ ਉਹਨਾਂ ਨੇ ਜਿਨ੍ਹਾਂ ਨੇ ਜਿਹੜੇ ਅਹਿਮਦੀਆਂ ਨੇ ਜਿਹੜੇ ਮਸੀਹ ਮਊਦ ਸਲਾਮ ਦੀ ਤਾਰੀਫ ਵਿੱਚ ਸੀਰਤ ਮਸੀਹ ਮਊਦ ਲਿਖੀ ਹੈ, ਉਹਨਾਂ ਨੇ ਤੇ ਮਸੀਹ ਮਊਦ ਸਲਾਮ ਦੀ ਸਾਦਗੀ ਔਰ ਉਹਨਾਂ ਦੀ ਦੁਨੀਆ ਦੇ ਨਾਲ ਕੋਈ ਰਗਬਤ ਨਹੀਂ ਸੀ, ਇਹ ਲਿਖਿਆ ਦਾ। ਅਤੇ ਇਹ ਜਿਹੜਾ ਨਾ ਉਹਦੇ ਵਿੱਚੋਂ ਕੱਢ ਕੇ ਅਤੇ ਉਹਦਾ ਆਪਣਾ ਮਤਲਬ ਕੱਢ ਕੇ ਅਤੇ ਲਿਖਦੇ ਨੇ ਕਿ ਇਹ ਉਹਨਾਂ ਨੇ ਕਿਹਾ, ਇਹ ਉਹਨਾਂ ਨੇ ਗਲਤ ਕਿਹਾ। ਔਰ ਤੁਸੀਂ ਜਿੰਨੇ ਵੀ ਮੁਸਲਮਾਨ ਨੇ ਇਹਨਾਂ ਨਾਲ ਅਗਰ ਕੋਈ ਅਹਿਮਦੀ ਗੱਲ ਕਰਨਾ ਚਾਹੇ ਤਾਂ ਗੱਲ ਹੀ ਨਹੀਂ ਕਰਦੇ। ਉਹ ਕਹਿੰਦੇ ਨੇ ਕਿ ਨਹੀਂ, ਅਸੀਂ ਸਿਰਫ ਇਹਨਾਂ ਤਹਿਰੀਰਾਤ 'ਤੇ ਗੱਲ ਕਰਾਂਗੇ, ਕਿਉਂਕਿ ਉਹ ਕੋਈ ਸ਼ਖਸ ਵੀ ਜਿਹੜਾ ਹੈ ਉਹ ਕੁਰਾਨ ਅਤੇ ਹਦੀਸ ਨਾਲ ਗੱਲ ਕਰਨਾ ਹੀ ਨਹੀਂ ਚਾਹੁੰਦਾ। ਅੱਲਾ ਸਾਰੇ ਕਹਿੰਦੇ ਨੇ ਕਿ ਸਾਡਾ ਜਿਹੜਾ ਨਾ ਰਸੂਲ ਕਰੀਮ ਕਹਿ ਗਏ ਸਨ ਕਿ ਮੇਰੇ ਬਾਅਦ ਜਿਹੜਾ ਨਾ ਉਹ ਕੁਰਾਨ ਨੂੰ ਪਕੜ ਲੈਣਾ ਅਤੇ ਇਸ ਤੇ ਤੁਸੀਂ ਕਦੀ ਵੀ ਗੁੰਮਰਾਹ ਨਹੀਂ ਹੋਵੋਗੇ। ਅਤੇ ਅਸੀਂ ਅਗਰ ਕੁਰਾਨ ਨਾਲ ਗੱਲ ਕਰ ਲਈਏ ਤਾਂ ਕਹਿੰਦੇ ਨਹੀਂ, ਅਸੀਂ ਕੁਰਾਨ ਨਾਲ ਵੀ ਗੱਲ ਨਹੀਂ ਕਰਨੀ, ਹਦੀਸ ਨਾਲ ਵੀ ਗੱਲ ਨਹੀਂ ਕਰਨੀ, ਸਿਰਫ ਔਰ ਸਿਰਫ ਗੱਲ ਕਰਨੀ ਹੈ ਅਤੇ ਇਹਨਾਂ ਤਹਿਰੀਰਾਂ 'ਤੇ ਗੱਲ ਕਰਨੀ ਹੈ।
ਇਹ ਬਿਲਕੁਲ ਉਸੇ ਤਰ੍ਹਾਂ ਦੀ ਗੱਲ ਹੈ ਜਿਸ ਤਰ੍ਹਾਂ ਕਿ ਗੈਰ ਮੁਸਲਿਮ ਕਹਿੰਦੇ ਨੇ ਉਹਨਾਂ ਕੋਲ ਵੀ ਕੋਈ ਨਹੀਂ ਕਿ ਰਸੂਲ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਬਾਰੇ ਵਿੱਚ ਕੋਈ ਜ਼ਰਾ ਸਾਰੀ ਵੀ ਭੈੜੀ ਗੱਲ ਨਹੀਂ ਕਰ ਸਕਦੇ। ਉਹ ਸਾਰੇ ਤਰ੍ਹਾਂ ਦੀ ਜਿਹੜੇ ਨੇ ਹਿੰਦੂ ਨੇ ਜਾਂ ਸਿੱਖ ਨੇ ਜਾਂ ਈਸਾਈ ਨੇ ਜਾਂ ਯਹੂਦੀ ਨੇ, ਉਹ ਸਾਰੇ ਦੇ ਸਾਰੇ ਹਦੀਸਾਂ ਤੋਂ ਲੈ ਕੇ ਦਿੰਦੇ ਨੇ, ਕਿਉਂਕਿ ਹਦੀਸਾਂ ਵਿੱਚ ਬਹੁਤ ਐਸੀਆਂ ਗੰਦੀਆਂ ਗੱਲਾਂ ਆਈ ਦੀਆਂ ਨੇ, ਔਰ ਸਾਡੇ ਆਪਣੇ ਮੁਸਲਮਾਨਾਂ ਨੇ ਜਿਹੜਾ ਗੰਦ ਪਾਇਆ ਦਾ ਉਹਦੇ ਵਿੱਚ, ਉਹ ਲੈ ਕੇ ਤੇ ਕਰਦੇ ਨੇ। ਉਹਨਾਂ ਦਾ ਕੋਈ ਜਵਾਬ ਦੇ ਹੀ ਨਹੀਂ ਸਕਦਾ। ਉਹ ਤੇ ਕਹਿੰਦੇ ਨੇ ਦੇਖ ਤੁਹਾਡੀ ਹਦੀਸ ਵਿੱਚ ਲਿਖਿਆ ਤਾਂ। ਬੜੀ ਵਾਰੀ ਉਹਨਾਂ ਨੇ ਜਿਹੜਾ ਨਾ ਇਹੋ ਜਿਹੀ ਹਦੀਸਾਂ ਕੱਢਦੇ ਨੇ, ਔਰ ਫਿਰ ਹਦੀਸਾਂ ਵਿੱਚ ਜਿਹੜਾ ਨਾ ਕਦੀ ਤੇ ਹਜ਼ਰਤ ਜ਼ੈਨਬ ਰਜ਼ੀ ਅੱਲਾਹ ਤਾਲਾ ਅਨਹਾ ਦਾ ਜਿਹੜਾ ਕਰੈਕਟਰ ਅਸੈਸੀਨੇਸ਼ਨ ਕਰਦੇ ਨੇ, ਮੁਹੰਮਦ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੇ ਖਿਲਾਫ ਬੋਲਦੇ ਨੇ, ਫਿਰ ਮਾਰੀਆ ਕਿਬਤਾ ਲਿਆ ਲੈਂਦੇ ਨੇ, ਫਿਰ ਰਸੂਲ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਕਹਿੰਦੇ ਨੇ ਉਹਨਾਂ ਦੀ 9 ਬੀਵੀਆਂ ਸਨ ਅਤੇ ਬੇਸ਼ੁਮਾਰ ਜਿਹੜੀਆਂ ਨੇ ਉਹਨਾਂ ਦੀ ਲੌਂਡੀਆਂ ਸਨ। ਅਤੇ ਕੋਈ ਆਦਮੀ ਆ ਕੇ ਇੱਕ ਲੌਂਡੀ ਨਾਲ ਕਹਿ ਕੇ ਕਰਕੇ ਚਲਾ ਗਿਆ ਕੁਛ, ਅਤੇ ਰਸੂਲ ਕਰੀਮ ਨੇ ਹਜ਼ਰਤ ਅਲੀ ਨੂੰ ਕਿਹਾ ਜਾ ਇਹਦੀ ਗਰਦਨ ਲੌਟਾ ਦੇ। ਅਤੇ ਜਿਸ ਲਈ ਉਹ ਗਿਆ ਅਤੇ ਉਹਨੇ ਦੇਖਿਆ ਕਿ ਇਹਦਾ ਤਾਂ ਨੋਨੋ ਹੀ ਕੋਈ ਨਹੀਂ, ਅਤੇ ਉਹ ਛੱਡ ਕੇ ਤੇ ਆ ਗਏ। ਕਹਿੰਦੇ ਨੇ ਕਿ ਤੇ ਸ਼ਾਦੀ ਕੋਈ ਜਿਹੜਾ ਨਾ ਜਨਾਹ ਦੇ ਕਾਬਲ ਹੀ ਨਹੀਂ ਸੀ। ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਉਹ ਬਾਰ ਦੱਸਦੇ ਨੇ। ਔਰ ਹਾਰਿਸ ਸੁਲਤਾਨ ਜਿਹੜਾ ਪਾਕਿਸਤਾਨੀ ਮੁਲਹਿਦ ਹੈ, ਉਹ ਇਹੋ ਜਿਹੀਆਂ ਗੱਲਾਂ ਜਿਹੜਾ ਨਾ ਦਬਾ ਕੇ ਕਰਦਾ, ਉਹਦਾ ਕੋਲ ਕੋਈ ਜਵਾਬ ਦਿੰਦਾ ਹੀ ਨਹੀਂ, ਕੋਈ ਵੀ ਉਹਨੂੰ ਸਹੀ ਤਰ੍ਹਾਂ ਜਵਾਬ ਨਹੀਂ ਦਿੰਦਾ। ਅਤੇ ਇਹਦੀ ਐਸੀ ਜ਼ਬਰਦਸਤ ਮਿਸਾਲ ਨੇ, ਮੇਰੇ ਨਾਲ ਕਈ ਵਾਰੀ ਇਸ ਤਰ੍ਹਾਂ ਹੋ ਚੁੱਕਾ ਕਿ ਮੇਰੇ ਇੱਕ ਦੋਸਤ ਸਨ, ਇੱਥੇ ਈਸਟ ਲੰਡਨ ਹੀ ਰਹਿੰਦੇ ਨੇ, ਅਮਰ ਰਜ਼ੀਮ ਸਾਹਿਬ। ਉਹਨਾਂ ਨੇ ਮੈਨੂੰ ਕਿਹਾ ਕਿ ਮੇਰਾ ਇੱਕ ਦੋਸਤ ਹੈ, ਉਹ ਜੈਨੂਅਨਲੀ MDA ਦੇ ਬਾਰੇ ਜਿਹੜਾ ਨਾ ਗੱਲ ਸੁਣਨਾ ਚਾਹੁੰਦਾ ਹੈ ਔਰ ਜਾਣਨਾ ਚਾਹੁੰਦਾ ਕਿ MD ਹੈ ਕੀ ਨੇ। ਇਸ ਵਾਸਤੇ ਮੈਂ ਉਹਨਾਂ ਦੇ ਨਾਲ ਜਿਹੜਾ ਨਾ ਉਹਦੇ ਘਰ ਚਲਾ ਗਿਆ, ਅਤੇ ਉੱਥੇ ਗਿਆ ਅਤੇ ਅੱਗੇ ਉਹ ਗ੍ਰੀਨ ਸਟਰੀਟ ਦੇ ਵਿੱਚ ਇੱਕ ਬਾਬਾ ਹੁੰਦਾ ਅਬਦੁਰਰਹਿਮਾਨ ਬਾਬਾ, ਉਹਦਾ ਪੁੱਤਰ ਆਇਆ ਦਾ, ਅਤੇ ਨਾਲ 8-9 ਨੌਜਵਾਨ ਮੁੰਡੇ ਵੀ ਆਏ ਦੇ। ਅਤੇ ਮੈਂ ਉਹਨਾਂ ਨਾਲ ਜਾ ਕੇ ਜਿਸਲੇ ਸਲਾਮ ਦੁਆ ਤੋਂ ਬਾਅਦ ਗੱਲਬਾਤ ਸ਼ੁਰੂ ਕੀਤੀ, ਅਤੇ ਉਹ ਕਹਿੰਦੇ ਨਹੀਂ ਸਾਡੇ ਨਾਲ ਕੁਰਾਨ ਅਤੇ ਹਦੀਸ ਦੀ ਗੱਲ ਨਾ ਕਰ, ਅਸੀਂ ਤਾਂ ਇਹਦੇ 'ਤੇ ਗੱਲ ਕਰਨੀ ਹੈ। ਮੈਂ ਕਿਹਾ ਮਸੀਹ ਮੌਦ ਦੀ ਕਿਹੜੀ ਕਿਤਾਬ ਹੈ ਜਿਹੜਾ ਤੁਹਾਨੂੰ ਜਿਹੜਾ ਤੁਹਾਨੂੰ ਬਹੁਤਾ ਇਤਰਾਜ਼ ਹੈ? ਉਹਨੇ ਕਿਹਾ ਕਿ ਇਹਦੇ 'ਤੇ ਇਹ ਲਿਖਿਆ ਦਾ ਦੇਖੋ ਕਿ ਮਸੀਹ ਮੌਦ ਦੇ ਜਿਹੜੇ ਮਲਫੂਜ਼ਾਤ ਉਹਦੇ 'ਚ ਲਿਖਿਆ ਦਾ ਹੈ ਕਿ ਜਿਹੜੇ ਲੋਕ ਮਸੀਹ ਮਊਦ ਅਲੈਹਿਸਲਾਮ ਨੂੰ ਗੰਦੀਆਂ ਗਾਲਾਂ ਕੱਢਦੇ ਨੇ ਅਤੇ ਉਹਨਾਂ ਦੇ ਖਿਲਾਫ ਬੋਲਦੇ ਨੇ, ਉਹ ਅਗਰ ਤੁਹਾਨੂੰ ਸਲਾਮ ਵੀ ਕਰਨ ਤਾਂ ਤੁਸੀਂ ਉਹਦਾ ਜਵਾਬ ਨਹੀਂ ਦੇਣਾ। ਅਤੇ ਮੈਂ ਉਹਨੂੰ ਕਿਹਾ ਕਿ ਇਹ ਬੜੀ ਜੈਨੂਅਨ ਜੀ ਗੱਲ ਹੈ, ਮੈਂ ਤਾਂ ਹਾਲੇ ਪੜ੍ਹਿਆ ਵੀ ਨਹੀਂ, ਲੇਕਿਨ ਮੈਂ ਸਮਝਦਾ ਕਿ ਜੈਨੂਅਨ ਗੱਲ ਹੈ ਕਿ ਅਗਰ ਕੋਈ ਤੁਹਾਡੇ ਮੁਸਲਮਾਨਾਂ ਦੇ ਵਿੱਚ ਕਿਸੇ ਕੋਈ ਮੁਹੰਮਦ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੂੰ ਮੁਤੱਲਕ ਗੰਦਾ ਗੱਲਾਂ ਕਰੇ ਜਾਂ ਉਹਨਾਂ ਦੇ ਖਿਲਾਫ ਗੰਦ ਬੋਲੇ, ਤਾਂ ਤੁਹਾਡਾ ਕੀ ਰਿਐਕਸ਼ਨ ਹੋਏਗਾ? ਅਤੇ ਉਹ ਕਹਿੰਦਾ ਕਿ ਉਹਨੇ ਹਾਲੇ ਅਬਦੁਰਰਹਿਮਾਨ ਬਾਬੇ ਦੇ ਪੁੱਤਰ ਨੇ ਜਵਾਬ ਹੀ ਨਹੀਂ ਦਿੱਤਾ, ਅਤੇ ਇੱਕ ਉਹਨਾਂ ਦਾ ਜਿਹੜਾ ਸ਼ਾਗਿਰਦਾਂ ਵਿੱਚ ਇੱਕ ਬੋਲ ਉੱਠਿਆ ਕਿ ਜਿਹੜਾ ਸਾਡੇ ਰਸੂਲ ਦੇ ਖਿਲਾਫ ਗੱਲ ਕਰੇ, ਮੈਂ ਚਾਕੂ ਲੈ ਕੇ ਉਹਦਾ ਢਿੱਡ ਵੱਢ ਕੇ ਉਹਦੀਆਂ ਅੰਦਰਾਂ ਬਾਹਰ ਕੱਢ ਛੱਡਾਂ। ਮੈਂ ਕਿਹਾ ਸ਼ਾਬਾਸ਼ ਹੈ, ਇਹ ਗੱਲ ਬੜੀ ਚੰਗੀ ਹੈ, ਤੁਸੀਂ ਆਪੂ ਤਾਂ ਕਰ ਸਕਦੇ ਹੋ, ਲੇਕਿਨ ਦੂਜਿਆਂ ਨੂੰ ਇਹ ਹੱਕ ਨਹੀਂ ਦਿੰਦੇ ਕਿ ਉਹ ਸਿਰਫ ਸਲਾਮ ਦਾ ਜਵਾਬ ਹੀ ਨਾ ਦੇਣ। ਇਹ ਤਾਂ ਇਹਨਾਂ ਦੀ ਹਾਲਤ ਹੈ। ਅਤੇ ਨਾਜ਼ਰੀਨ ਕਿਰਾਮ, ਜਿਹੜੇ ਦੂਸਰੇ ਜਿਹੜੇ ਅਹਿਮਦੀ ਜਿਹੜੇ ਸਨ, ਜਿਹੜੇ ਪਹਿਲੇ ਅਹਿਮਦੀ ਸਨ, ਉਹ ਗੈਰ ਮੁਸਲਿਮ ਉਹ ਗੈਰ ਅਹਿਮਦੀ ਹੋ ਚੁੱਕੇ ਨੇ ਹੁਣ। ਉਹ ਜਮਾਤ ਦੇ ਖਿਲਾਫ ਹੋਰ ਹੀ ਵੱਧ ਕੇ ਅਤੇ ਆਪਣੇ ਕੋਲੋਂ ਹੀ ਲਾ ਕੇ ਆਪਣੀ ਡਾਕਟਰਨ ਕਰਕੇ ਜਿਹੜਾ ਨਾ AI ਦੇ ਨਾਲ ਖਲੀਫਾ ਦੀਆਂ ਜਿਹੜੀਆਂ ਨੇ ਖਤ, ਉਹਨਾਂ ਨੂੰ ਅਮੈਂਡ ਕਰਕੇ ਆਪਣੇ ਤੌਰ ਦੇ ਉੱਤੇ ਗੰਦ ਪਾਲੀ ਜਾਂਦੇ ਨੇ।
ਔਰ ਨਾਲ ਇਹ ਕਹਿੰਦੇ ਨੇ ਕਿ ਅਸੀਂ ਜਮਾਤ ਅਹਿਮਦੀਆ ਅਸੀਂ ਆਪੂ ਛੱਡੀ ਸੀ। ਸਾਨੂੰ ਜਿਸਲੇ ਪਤਾ ਲੱਗਾ ਕਿ ਅਹਿਮਦੀਅਤ ਇੰਨੀ ਗੰਦੀ ਹੈ ਤੇ ਅਸੀਂ ਫੌਰਨ ਤਾਇਬ ਹੋ ਗਏ। ਔਰ ਫਿਰ ਜਿਹੜਾ ਨਾ ਹੁਣ ਅਸੀਂ ਜਿਹੜਾ ਨਾ ਸਾਰੀ ਦੁਨੀਆ ਨੂੰ ਦੱਸ ਰਹੇ ਹਾਂ ਕਿ ਅਹਿਮਦੀਅਤ ਕੀ ਚੀਜ਼ ਹੈ, ਤੇ ਉਹਨਾਂ ਨੂੰ ਅਸੀਂ ਸਿੱਧਾ ਰਸਤਾ ਦੱਸ ਰਹੇ ਹਾਂ। ਔਰ ਪਹਿਲੀ ਗੱਲ ਹੀ ਝੂਠੀ ਬੋਲਦੇ ਨੇ ਕਿ ਜਮਾਤ ਅਹਿਮਦੀਆ ਦਾ ਜਿਹੜਾ ਅਸੂਲ ਹੈ, ਜਿਹੜਾ ਨਿਜ਼ਾਮ ਹੈ, ਉਹ ਇਹ ਵੇ ਕਿ ਅਗਰ ਕੋਈ ਆਪੂ ਛੱਡ ਕੇ ਜਾਵੇ ਤੇ ਉਹਨੂੰ ਜਿਹੜਾ ਨਾ ਉਹ ਅਸੀਂ ਜਮਾਤ ਅਹਿਮਦੀਆ ਉਹਦੇ ਨਾਲ ਕੋਈ ਕਿਸੇ ਕਿਸਮ ਦਾ ਨਾ ਉਹਦਾ ਕੋਈ ਜਿਹੜਾ ਨਾ ਨੋਟੀਫਿਕੇਸ਼ਨ ਹੁੰਦਾ, ਨਾ ਕੋਈ ਹੋਰ ਗੱਲ ਹੁੰਦੀ ਹੈ। ਉਹਨੂੰ ਕਹਿੰਦੇ ਨੇ ਜਾਏ ਜੋ ਮਰਜ਼ੀ ਕਰੇ, ਲਾ ਇਕਰਾਹਾ ਫਿੱਦੀਨ, ਛੱਡਣਾ ਚਾਹੁੰਦਾ ਤੇ ਛੱਡ ਦੇ, ਜਾਣ ਹੋਣਾ ਚਾਹੁੰਦਾ ਹੋ ਜਾਏ। ਕੋਈ ਵੀ ਉਹਦੇ 'ਤੇ ਸਖਤੀ ਨਹੀਂ ਹੁੰਦੀ। ਉਹਨੂੰ ਤੇ ਅਸੀਂ ਬਿਲਕੁਲ ਗੈਰ ਅਹਿਮਦੀ ਜਿਹੜੇ ਮੁਸਲਮਾਨ ਨੇ ਉਹਨਾਂ ਦੀ ਤਰ੍ਹਾਂ ਅਸੀਂ ਡੀਲ ਕਰਨੇ। ਔਰ ਇਹ ਕਹਿੰਦੇ ਨੇ ਕਿ ਨਹੀਂ ਅਸੀਂ ਜਿਸਲੇ ਛੱਡ ਹੀ ਦਿੱਤੀ ਤੇ ਸਾਨੂੰ ਬੜਾ ਹੀ ਜ਼ੁਲਮ ਹੁੰਦਾ, ਸਾਡੇ ਨਾਲ ਇਹ ਜ਼ੁਲਮ ਹੁੰਦਾ। ਸਾਨੂੰ ਕਹਿੰਦੇ ਇੱਥੋਂ ਨਿਕਲ ਜਾਓ, ਸਾਡੇ ਜਿਹੜਾ ਨਾ ਉਹ ਸਾਡੇ ਨਾਲ ਉਹ ਜ਼ੁਲਮ ਹੁੰਦਾ ਜਿਹਦੀ ਹੱਦ ਕੋਈ ਨਹੀਂ। ਔਰ ਮੈਂ ਦੱਸ ਚੁੱਕਾ ਹਾਂ ਕਿ ਉਹ ਜ਼ੁਲਮ ਕੀ ਹੁੰਦਾ ਹੈ ਕਿ ਜਮਾਤ ਅਹਿਮਦੀਆ ਕਹਿੰਦੀ ਹੈ ਕਿ ਅਸੀਂ ਤੁਹਾਡੇ ਨਾਲ ਕੋਈ ਤਾਲੁਕ ਨਹੀਂ ਰੱਖਣਾ, ਤੁਸੀਂ ਆਜ਼ਾਦ ਹੋ, ਜੋ ਮਰਜ਼ੀ ਕਰੋ, ਜਮਾਤ ਨਾਲ ਜਿਹੜੀ ਹੈ ਉਹਦੇ ਨਾਲ ਕੋਈ ਤਾਲੁਕ ਨਹੀਂ ਰੱਖੇਗੀ। ਔਰ ਇਹ ਸਜ਼ਾ ਜਿਹੜੀ ਹੈ ਰਸੂਲ ਕਰੀਮ ਵੀ ਦਿੰਦੇ ਸਨ, ਜਾਂ ਹਦੀਸ ਦੇ ਵਿੱਚ ਹੈ। ਇਹਦੇ ਹਦੀਸਾਂ ਦਾ ਮੈਂ ਪਿਛਲੇ ਐਪੀਸੋਡ ਵਿੱਚ ਵੀ ਜ਼ਿਕਰ ਕਰ ਚੁੱਕਿਆ। ਸਭ ਝੂਠ ਬੋਲਦੇ ਨੇ ਔਰ ਜਮਾਤ ਦੇ ਖਿਲਾਫ ਬੋਲੀ ਚਲੇ ਜਾਂਦੇ ਨੇ। ਤੇ ਮਸੀਹ ਮੌਦ ਸਲਾਮ ਦੇ ਖਿਲਾਫ ਜਿਹੜੇ ਬੋਲਦੇ ਨੇ ਉਹ ਕਦੀ ਵੀ ਕਾਮਯਾਬ ਨਹੀਂ ਹੋਏ। ਉਹ ਹਮੇਸ਼ਾ ਹੀ ਜਿਹੜੇ ਨਾਕਾਮ ਨਾਮਰਾਦ ਹੀ ਹੋਏ ਨੇ। ਔਰ ਖਲੀਫਾ ਰਾਬੇ ਫਰਮਾਉਂਦੇ ਸਨ ਕਿ ਇਹ ਜਿਹੜੇ ਜਮਾਤ ਅਹਿਮਦੀਆ ਦੇ ਖਿਲਾਫ ਬੋਲਦੇ ਨੇ ਨਾ, ਖੁਦਾ ਤਾਲਾ ਨੇ ਇਹਨਾਂ ਦੀ ਰੋਜ਼ੀ ਰੋਟੀ ਜਿਹੜੀ ਹੈ ਉਹ ਅਹਿਮਦੀਅਤ ਦੇ ਖਿਲਾਫ ਬੋਲਣ 'ਤੇ ਹੀ ਲਗਾਤੀ ਹੈ। ਇਹ ਜਦ ਤੱਕ ਅਹਿਮਦੀਅਤ ਦੇ ਖਿਲਾਫ ਬੋਲਣਗੇ ਇਹਨਾਂ ਦੀ ਜਿਹੜੀ ਇਹਨਾਂ ਰੋਜ਼ੀ ਰੋਟੀ ਚੱਲਦੀ ਰਹੇਗੀ। ਜਦੋਂ ਇਹ ਜ਼ਮਾਨ ਬੰਦ ਹੋਈ ਉਸੇ ਵੇਲੇ ਇਹਨਾਂ ਦੀ ਰੋਜ਼ੀ ਰੋਟੀ ਵੀ ਖਤਮ ਹੋ ਜਾਣੀ ਹੈ। ਔਰ ਫਿਰ ਇਹਨਾਂ ਨੇ ਕਸਮ ਪੁਰਸੀ ਦੀ ਹਾਲਤ ਦੇ ਵਿੱਚ ਜਿਹੜਾ ਨਾ ਜਾਨ ਦੇ ਦੇਣੀ ਹੈ। ਔਰ ਉਹਦਾ ਬਹੁਤ ਸਾਰੇ ਜਿਹੜਾ ਨਾ ਦਾ ਤਜਰਬਾ ਮੈਨੂੰ ਵੀ ਹੈ। ਮੈਂ ਬੇਸ਼ੁਮਾਰ ਲੋਕਾਂ ਨੂੰ ਦੇਖਿਆ ਕਿ ਜਿਹੜੇ ਅਹਿਮਦੀਅਤ ਦੇ ਖਿਲਾਫ ਬੋਲਦੇ ਸਨ, ਕਮ ਸੇ ਕਮ 20 ਆਦਮੀ ਤਾਂ ਐਸੇ ਹੋਣਗੇ ਜਿਨ੍ਹਾਂ ਨੂੰ ਮੈਂ ਦੇਖਿਆ ਦਾ ਕਿ ਅਖੀਰ ਉਹਨਾਂ ਦਾ ਬੜਾ ਹੀ ਅੰਜਾਮ ਭੈੜਾ, ਔਰ ਉਹ ਬੋਲਣ ਦੇ ਕਾਬਲ ਨਹੀਂ ਰਹੇ, ਮੰਜੀ 'ਤੇ ਪਏ ਦੇ। ਮੈਂ ਸਿਰਫ ਇੱਕ ਮਿਸਾਲ ਦਿੰਦਾ ਜਿਹਨੂੰ ਸਾਰੇ ਜਾਣਦੇ ਨੇ, ਕਿਉਂਕਿ ਮੈਂ ਆਪਣੇ ਲੋਕ ਜਿਨ੍ਹਾਂ ਨੂੰ ਦੇਖਿਆ ਉਹ ਤਾਂ ਮੈਂ ਦੱਸਣਾ ਨਹੀਂ ਚਾਹੁੰਦਾ, ਕਿਉਂਕਿ ਉਹ ਤਾਂ ਦੁਨੀਆ ਉਹਨਾਂ ਨੂੰ ਨਹੀਂ ਜਾਣਦੀ। ਲੇਕਿਨ ਇੱਕ ਆਦਮੀ ਨੂੰ ਤਾਂ ਜਾਣਦੀ ਹੈ ਨਾ, ਤਕਰੀਬਨ ਸਾਰੇ ਹੀ ਜਾਣਦੇ ਨੇ, ਸਾਰੇ ਮੁਸਲਮਾਨ ਹੀ। ਉਹ ਸੀ ਅਤਾਉੱਲਾ ਸ਼ਾਹ ਬੁਖਾਰੀ। ਜਿਸ ਵੇਲੇ ਅਖੀਰ ਵਿੱਚ ਉਹ ਬਿਮਾਰ ਹੋ ਕੇ ਬਿਸਤਰੇ 'ਤੇ ਪੈ ਗਿਆ ਤੇ ਅਹਿਮਦੀ ਉਹਨਾਂ ਨੇ ਦੇਖਭਾਲ ਕਰਨ ਵਾਸਤੇ ਗਏ, ਅਤੇ ਉਹਨਾਂ ਨੇ ਆਪਣੀ ਜ਼ੁਬਾਨ ਬਾਹਰ ਕੱਢ ਕੇ ਹੱਥ ਨਾਲ ਫਾੜ ਕੇ ਦੱਸਿਆ ਕਿ ਜਦੋਂ ਤੱਕ ਇਹ ਕੁੱਤੀ ਭੌਂਕਦੀ ਸੀ ਸਾਰੇ ਮੇਰੇ ਅੱਗੇ ਪਿੱਛੇ ਹੁੰਦੇ ਸਨ। ਜਦੋਂ ਇਹ ਹੁਣ ਜਿਹੜੀ ਹੈ ਕੁੱਤੀ ਜ਼ੁਬਾਨ ਬੋਲਣਾ ਬੰਦ ਹੋ ਗਈ ਹੈ, ਕੋਈ ਮੈਨੂੰ ਨਹੀਂ ਪੁੱਛਦਾ। ਮੇਰਾ ਜਿਹੜਾ ਨਾ ਮੈਂ ਹੁਣ ਇੱਥੇ ਪਿਆ ਨਾ ਬਿਮਾਰ ਹਾਂ, ਕੋਈ ਮੇਰਾ ਦੇਖਣ ਵਾਲੇ ਨਹੀਂ ਆਉਂਦਾ, ਕੋਈ ਮੇਰੇ ਨਾਲ ਆ ਕੇ ਜਿਹੜਾ ਨਾ ਹਮਦਰਦੀ ਨਹੀਂ ਕਰਦਾ, ਕੋਈ ਆ ਕੇ ਮੇਰੀ ਬਾਸਪੁਰਸੀ ਨਹੀਂ ਕਰਦਾ। ਅਤੇ ਇਹ ਅੰਜਾਮ ਹੁੰਦਾ ਜੇ ਜਿਹੜੇ ਅਹਿਮਦੀਅਤ ਦੇ ਖਿਲਾਫ ਬੋਲਦੇ ਨੇ, ਉਹਨਾਂ ਦਾ ਹਮੇਸ਼ਾ ਇਸ ਤਰ੍ਹਾਂ ਦੇ ਅੰਜਾਮ ਹੋਇਆ। ਅਤੇ ਜਿਹੜੇ ਲੋਕ ਮਸੀਹ ਮੌਦ ਸਲਾਮ ਦੇ ਖਿਲਾਫ ਐਸਾ ਗੰਦ ਬੋਲਦੇ ਨੇ ਕਿ ਜੀ ਉਹ ਟੱਟੀ ਡਿੱਗ ਕੇ ਮੋਇਆ ਸੀ, ਅਤੇ ਉਹ ਇੱਕੋ ਹੀ ਆਦਮੀ ਹੈ ਜਿਹੜਾ ਦੁਨੀਆ ਨੂੰ ਜਾਣਿਆ ਵਾਲਾ, ਉਹ ਸੀ ਨੂਰਾਨੀ ਸਾਹਿਬ। ਅਤੇ ਉਹਦਾ ਅੰਜਾਮ ਆਪੋ ਹੀ ਟੱਟੀ ਡਿੱਗ ਕੇ ਹੀ ਮਰਿਆ। ਇਹੋ ਹੀ ਹੁੰਦਾ ਹਮੇਸ਼ਾ। ਔਰ ਜਿਹੜਾ ਜਿੰਨੇ ਵੀ ਵੱਡੇ ਆਦਮੀ ਨੇ ਜਿਨ੍ਹਾਂ ਨੇ ਅਹਿਮਦੀਅਤ ਦੇ ਖਿਲਾਫ ਗੱਲ ਕੀਤੀ ਹੈ, ਉਹ ਸਾਰਿਆਂ ਦਾ ਅੰਜਾਮ ਜਿਹੜਾ ਨਾ ਉਹ ਕੋਈ ਵੀ ਆਪਣੇ ਬਿਸਤਰ 'ਤੇ ਨਹੀਂ ਮਰਿਆ, ਸਾਰਿਆਂ ਨੂੰ ਵੱਢ ਛੱਡਿਆ, ਕੱਟ ਛੱਡਿਆ, ਫਾਂਸੀਆਂ ਦੇ ਛੱਡੀਆਂ ਨੇ। ਜ਼ੁਲਫਕਾਰ ਅਲੀ ਭੱਟੀ ਹੋਵੇ ਜਾਂ ਜ਼ਿਆਉਲ ਹੱਕ ਹੋਵੇ
ਜਾਂ ਸ਼ਾਹ ਫੈਸਲ ਹੋਵੇ, ਮੁਜੀਬੁਰ ਰਹਿਮਾਨ, ਸ਼ੇਖ ਮੁਜੀਬੁਰ ਰਹਿਮਾਨ ਹੋਵੇ ਬੰਗਲਾਦੇਸ਼ ਦਾ, ਜਾਂ ਅਨਵਰ ਸਾਦਾਤ ਹੋਵੇ ਮਿਸਰ ਦਾ, ਜਾਂ ਕਰਨਲ ਗਦਾਫੀ ਹੋਵੇ, ਇਹਨਾਂ ਨੇ ਜਿਹੜਾ ਅਹਿਮਦੀਨ ਦੇ ਖਿਲਾਫ ਗੱਲ ਕੀਤੀ ਹੈ, ਉਹਨਾਂ ਨੇ ਖੁਦਾ ਨੇ ਕੀ ਅਸ਼ਰ ਕੀਤਾ। ਯਾਦ ਰੱਖੋ ਕਿ ਜਿੰਨਾ ਜਿੰਨਾ ਕੋਈ ਅਹੁਦਾ ਹੁੰਦਾ ਹੈ, ਜਿੰਨਾ ਜਿੰਨਾ ਉਹਦੇ ਕੋਲ ਅਖਤਿਆਰ ਹੁੰਦਾ ਹੈ, ਉਨਾ ਹੀ ਉਹਨੂੰ ਖੁਦਾ ਤਾਲਾ ਜਿਹੜਾ ਨਾ ਉਸੇ ਤਰ੍ਹਾਂ ਦੀ ਸਜ਼ਾ ਦਿੰਦਾ ਹੈ। ਤੇ ਮੈਂ ਇਸ ਤੋਂ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦਾ। ਮੈਂ ਇਹ ਕਹਿਣਾ ਕਿ ਤੁਸੀਂ ਕਰਦੇ ਚਲੇ ਜਾਓ, ਤੁਹਾਡਾ ਜਿਹੜਾ ਅੰਜਾਮ ਹੈ ਨਾ ਉਹ ਹਮੇਸ਼ਾ ਇਹ ਭੈੜਾ ਹੀ ਹੋਣਾ ਹੈ। ਕਦੀ ਵੀ ਤੁਸੀਂ ਜਿਹੜਾ ਨਾ ਆਪਣੀ ਸੁਰਖਰੂ ਹੋ ਕੇ ਨਹੀਂ ਮਾਰ ਸਕਦੇ। ਮੈਂ ਇੱਥੇ ਇੱਕ ਗੱਲ ਖ਼ਤਮ ਕਰਨਾ, ਤੁਹਾਡੇ ਕੋਲੋਂ ਇਜਾਜ਼ਤ ਮੰਗਣਾ, ਤੇ ਫਿਰ ਤੁਹਾਨੂੰ ਇਹੀ ਕਹਿਣਾ ਕਿ ਰੱਬ ਰਾਖਾ ਤੇ ਅਸਲਾਮ ਅਲੈਕੁਮ ਰਹਿਮਤੁਲਲਾਹ।